ਕੈਪਟਨ ਸਾਹਿਬ ਦਾ ਸਮਾਂ ਠੀਕ ਸੀਗਾ ਜੀ। ਘੱਟੋ ਘੱਟ ਲੋਕ ਕਹਿੰਦੇ ਸੀਗੇ ਕਿ ਲਾਅ ਐਂਡ ਆਰਡਰ ਜਿਹੜਾ ਸੀਗਾ ਉਹਨਾਂ ਨੇ ਸੁਧਾਰ ਕੇ ਰੱਖਿਆ। ਯਾਦ ਆਉਂਦੀ ਕੈਪਟਨ ਸਾਹਿਬ ਦੀ? ਸਰਕਾਰ ਕਾਂਗਰਸ ਦੀ ਸਮੇਂ ਲਾਅ ਐਂਡ ਆਰਡਰ ਦੀ ਸਥਿਤੀ ਜਿਹੜੀ ਸੀਗੀ ਉਹ ਬੈਟਰ ਸੀ। ਮਾਨ ਸਾਹਿਬ ਨੂੰ ਇਸ ਗੱਲ ਨੂੰ ਕਹਿਣਾ ਚਾਹੁੰਦਾ ਹੈ, ਬਜਾਏ ਕਿ ਪੁਲਿਸ ਨੂੰ ਇੱਧਰ ਉੱਧਰ ਦੇ ਕੰਮ ਲਾਉਣ ਤੋਂ ਸਾਨੂੰ ਤਵੱਜੋ ਦੇਣੀ ਚਾਹੀਦੀ ਹੈ। ਸੁਝਾਅ ਮਿਲ ਕੇ ਆਏ ਮਾਨ ਸਾਹਿਬ ਨੂੰ। ਤੁਸੀਂ ਕਿਹਾ ਕਿ ਸਰਕਾਰ ਨੂੰ ਸੁਝਾਅ ਦੀ ਵੀ ਲੋੜ ਹੈਗੀ, ਸੁਝਾਅ ਲੈਣੇ ਚਾਹੀਦੇ ਆ। ਤੁਸੀਂ ਵਕਤ ਲੈ ਕੇ ਦੇਖੋ, ਤੁਹਾਡਾ ਸੁਝਾਅ ਕੀ ਪਤਾ ਕੰਮ ਆ ਜਾਵੇ। ਸ਼ਾਸਨ ਦੇ ਵਿੱਚ ਜਿਹੜੇ ਇਹੋ ਜਿਹੇ ਲੋਕ ਹੈਗੇ ਨੇ ਜੋ ਸ਼ਰਾਰਤੀ ਅਨਸਰ ਨੇ ਜੋ ਦਹਿਸ਼ਤਗਰਦੀ ਫੈਲਾਉਂਦੇ ਨੇ, ਇਹਨਾਂ ਨੂੰ ਤੇ ਰਾਜਾ ਵੜਿੰਗ ਸਾਹਿਬ ਤੁਹਾਡਾ ਇੱਕ ਉਹ ਰੂਪ ਵੀ ਹੈਗਾ ਜਦੋਂ ਤੁਸੀਂ ਕੰਨ ਵੀ ਸੇਕ ਦਿੰਦੇ ਹੁੰਦੇ ਹੋ। ਮੈਂ ਦੇਖਦਾ ਹੁਣ ਕਈ ਵਾਰੀ ਕਿ 10-10 ਸਾਲ ਪੁਰਾਣੀਆਂ ਮੇਰੀਆਂ ਜਿਹੜੀਆਂ ਖਬਰਾਂ ਕਹਾਣੀਆਂ ਉਹ ਦਿਖਾਈਆਂ ਜਾ ਰਹੀਆਂ। ਜਿਵੇਂ ਤੁਸੀਂ ਕਿਹਾ ਕੰਨ ਸੇਕਣ, ਮੈਂ ਕਿਸੇ ਦਾ ਕੰਨ ਨਾ ਮੇਰੇ ਕੋਲ ਸੇਕਣ ਦੀ ਇਜਾਜ਼ਤ ਹੈ, ਨਾ ਮੇਰੇ ਕੋਲ ਇਹ ਅਧਿਕਾਰ ਹੈ ਇਸ ਗੱਲ ਦੇ। ਗੱਲ ਕੋਈ ਕਸਕ ਪੈਦਾ ਕਰਦੀ ਦਿਲ ਦੇ ਵਿੱਚ ਜਦੋਂ ਸਿੱਧੂ ਸਾਹਿਬ ਇਕੱਲੇ ਜਾ ਕੇ ਮਿਲ ਲੈਂਦੇ ਆ। ਮੈਂ ਕਹਿੰਦਾ ਸਰਦਾਰ ਨਵਜੋਤ ਸਿੰਘ ਸਿੱਧੂ ਸਾਹਿਬ ਦੀ ਆਪਾਂ ਪਹਿਲਾਂ ਵੀ ਬਹੁਤ ਇੱਜ਼ਤ ਕਰਦੇ ਨੇ ਐਜ਼ ਏ ਮੈਨ। ਹੁਣ ਵੀ ਮੇਰੇ ਮਨ 'ਚ ਉਨੀ ਹੀ ਇੱਜ਼ਤ ਹੈ। ਸੋ ਮੈਨੂੰ ਸਿੱਧੂ ਸਾਹਿਬ ਕਿਸੇ ਨੂੰ ਵੀ ਮਿਲ ਪੰਜਾਬ ਦੀ ਬਿਹਤਰੀਨ ਵਾਸਤੇ ਅਗਰ ਉਹ ਮਿਲਦੇ ਹੈ, ਕਾਂਗਰਸ ਪਾਰਟੀ ਦੀ ਮਜ਼ਬੂਤੀ ਵਾਸਤੇ ਮਿਲਦੇ ਹੈ, ਇਸ ਤੋਂ ਚੰਗੀ ਗੱਲ ਕੀ ਹੋ ਸਕਦੀ ਹੈ? ਇਹ ਚੀਜ਼ ਦੇ ਨਾਲ ਪੀੜ ਨਹੀਂ ਹੁੰਦੀ ਕਿ ਸਾਬਕਾ ਪ੍ਰਧਾਨ ਦੇ ਨਾਲ ਮਿੱਠੀਆਂ ਨਵੇਂ ਪ੍ਰਧਾਨ ਦੇ ਨਾਲ ਕੌੜੀਆਂ। ਅਗਰ ਤੁਹਾਡਾ ਕ੍ਰਿਟਿਸਿਜ਼ਮ ਹੋ ਰਿਹਾ ਹੈ, ਅਨਨੈਸੈਸਰਲੀ ਗੱਲਾਂ ਬਾਹਰ ਆ ਰਹੀਆਂ, ਅਨਨੈਸੈਸਰਲੀ ਤੁਹਾਡੇ ਬਾਰੇ ਕੋਈ ਚੀਜ਼ ਫਲੈਸ਼ ਕੀਤੀ ਜਾ ਰਹੀ ਹੈ, ਤੇ ਮੈਨੂੰ ਲੱਗਦਾ ਹੈ ਕਿ ਇਹਦਾ ਮਤਲਬ ਤੁਹਾਡੀ ਕਿਤੇ ਨਾ ਕਿਤੇ ਤੁਸੀਂ ਸਹੀ ਟਰੈਕ ਤੇ ਹੋ। ਤੁਹਾਡਾ ਮਨ ਨਹੀਂ ਕਰਦਾ ਕਿ ਜੇ ਡੀਫੇਮ ਕਰਦੇ ਇਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਹੱਥ ਪਾਇਆ ਜਾਵੇ? ਡੀਫੇਮ ਕਰਦੇ ਤਾਂ ਰਾਜਾ ਵੜਿੰਗ 44 ਸਾਲਾਂ ਦਾ ਬਣ ਗਿਆ ਪ੍ਰਧਾਨ ਤੇ ਤੀਜੀ ਵਾਰੀ ਲਗਾਤਾਰ ਜਿੱਤ ਗਿਆ। ਇਹ ਗਰਮੀਆਂ 'ਚ ਕਿਹੜਾ ਸ਼ਰਬਤ ਪਿਆਇਆ ਤੁਸੀਂ ਅੰਗਦ ਸਾਹਿਬ ਨੂੰ ਵਾਪਸ ਆ ਗਏ ਕਾਂਗਰਸ 'ਚ? ਅੰਗਦ ਨਾਲ ਕਿਤੇ ਨਾ ਕਿਤੇ ਕੋਈ ਨਾ ਕੋਈ ਸਾਡੀ ਕਮਿਊਨੀਕੇਸ਼ਨ ਕਮੀ ਰਹਿ ਗਈ ਵਾਰਤਾਲਾਪ ਦੇ ਵਿੱਚ। ਪਹਿਲਾਂ ਸਰਕਾਰ ਵੱਲੋਂ, ਕਾਂਗਰਸ ਪਰਿਵਾਰ ਵੱਲੋਂ ਪੂਰਾ ਮੇਰਾ ਪਿਆਰ ਤੇ ਆਪਸ ਵਿੱਚ ਜਿਹੜਾ ਸਾਡਾ ਪਿਆਰ ਸੀ ਉਹ ਦੁਬਾਰਾ ਫੇਰ ਸਾਡੇ ਵੱਲ ਖਿੱਚ ਲਿਆ। ਐਂਡ ਇਹ ਅੱਜ ਦੀ ਸਾਂਝ ਨਹੀਂ ਉਸ ਪਰਿਵਾਰ ਦੀ, ਮਗਰਲੇ 55 ਤੋਂ 60 ਸਾਲ ਦੀ ਸਰਦਾਰ ਦਿਲਬਾਗ ਸਿੰਘ ਵੇਲੇ ਦੀ ਇਹ ਕਾਂਗਰਸ ਪਾਰਟੀ ਤੇ ਉਹਨਾਂ ਨਾਲ ਸਾਂਝ ਹੈ। ਸਿਆਣੇ ਕਹਿੰਦੇ ਨੇ ਕਿ ਦੁਸ਼ਮਣੀ ਰੱਜ ਕੇ ਕਰੋ, ਮਗਰ ਇਹ ਗੁੰਜਾਇਸ਼ ਰਵੇ ਕਿ ਜਦੋਂ ਅਸੀਂ ਦੋਸਤ ਹੋ ਜਾਈਏ ਤਾਂ ਨਜ਼ਰਾਂ ਨਾ ਚੁੱਕਣ। ਲੇਕਿਨ ਸਿਆਸਤ ਦੇ ਵਿੱਚ ਇੱਕ ਗੱਲ ਕਿੰਨੀ ਕੁ ਮੁਨਾਸਬ ਸਾਬਤ ਹੁੰਦੀ ਹੈ, ਇਹ ਹੋਰ ਗੱਲਾਂ ਨੇ। ਗਲਾ ਦਰਅਸਲ ਬੈਠਾ ਹੋਇਆ, ਗਲੇ 'ਚ ਖਰਾਸ਼ ਹੈ, ਔਰ ਪੰਜਾਬ ਦੇ ਹਾਲਾਤ ਵੀ ਮੈਨੂੰ ਮੇਰੇ ਗਲੇ ਦੀ ਤਰ੍ਹਾਂ ਹੀ ਜਾਪਦੇ ਆ। ਜਿਸ ਤਰੀਕੇ ਦੇ ਨਾਲ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਪੰਜਾਬ ਦੇ ਵਿੱਚ ਦਿਨ ਬ ਦਿਨ ਵਿਗੜਦੀ ਨਜ਼ਰ ਆ ਰਹੀ ਹੈ। ਹਾਲਾਂਕਿ ਸਰਕਾਰ ਦਾਅਵੇ ਜ਼ਰੂਰ ਕਰਦੀ ਪਈ ਹੈ ਕਿ ਸਿਚੁਏਸ਼ਨ ਅੰਡਰ ਕੰਟਰੋਲ ਹੈ, ਲੇਕਿਨ ਲੋਕਾਂ ਦੇ ਜਿਸਮ ਦੇ ਵਿੱਚ ਦਿਲ ਧੜਕਦਾ ਹੈ, ਉਹ ਕਿੰਨਾ ਕੁ ਕੰਟਰੋਲ 'ਚ ਰਹੇਗਾ? ਉਹ ਜਿਹੜੀ ਦਹਿਸ਼ਤ ਹੈ ਦਿਲ ਦੇ ਵਿੱਚ, ਉਹਨੂੰ ਕਿੰਨਾ ਕੁ ਕੰਟਰੋਲ 'ਚ ਲੈ ਕੇ ਆਓਗੇ, ਇਹ ਆਉਣ ਵਾਲਾ ਸਮਾਂ ਦੱਸੇਗਾ। ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਮੇਰੇ ਨਾਲ ਨੇ। ਤਮਾਮ ਗੱਲਾਂ ਕਰਾਂਗੇ ਤੇ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਪੰਜਾਬ ਕਿੱਧਰ ਦਾ ਰੁਖ ਕਰ ਰਿਹਾ। ਕੈਪਟਨ ਸਾਹਿਬ ਦਾ ਸਮਾਂ ਠੀਕ ਸੀਗਾ ਜੀ। ਘੱਟੋ ਘੱਟ ਲੋਕ ਕਹਿੰਦੇ ਸੀਗੇ ਕਿ ਲਾਅ ਐਂਡ ਆਰਡਰ ਜਿਹੜਾ ਸੀਗਾ ਉਹਨਾਂ ਨੇ ਸੁਧਾਰ ਕੇ ਰੱਖਿਆ। ਯਾਦ ਆਉਂਦੀ ਕੈਪਟਨ ਸਾਹਿਬ ਦੀ? ਕੈਪਟਨ ਸਾਹਿਬ ਦੀ ਯਾਦ ਤਾਂ ਬਿਲਕੁਲ ਨਹੀਂ ਆਉਂਦੀ, ਲੇਕਿਨ ਹਾਂ, ਕਾਂਗਰਸ ਦੇ ਸਮੇਂ ਸਰਕਾਰ ਕਾਂਗਰਸ ਦੀ ਸਮੇਂ ਲਾਅ ਐਂਡ ਆਰਡਰ ਦੀ ਸਥਿਤੀ ਜਿਹੜੀ ਸੀਗੀ ਉਹ ਬੈਟਰ ਸੀ। ਜਦੋਂ ਕੋਈ ਚੀਜ਼ ਚਲੀ ਜਾਂਦੀ ਹੈ ਉਦੋਂ ਵਿਅਕਤੀ ਫਿਰ ਉਰੇ ਚਲੇ ਜਾਣ ਦਾ ਪਛਤਾਵਾ ਕਰਦਾ ਹੈ। ਸੋ ਅੱਜ ਪੰਜਾਬ ਦੇ ਲੋਕ ਇਹ ਮਹਿਸੂਸ ਕਰ ਰਹੇ ਨੇ ਕਿ ਲਾਅ ਐਂਡ ਆਰਡਰ ਦੀ ਸਥਿਤੀ, ਐਡਮਿਨਿਸਟ੍ਰੇਸ਼ਨ ਤੇ ਪਕੜ ਮਗਰਲੀ ਸਰਕਾਰ ਦੀ ਜ਼ਿਆਦਾ ਸੀ। ਬੇਸ਼ੱਕ ਲੋਕਾਂ ਨੇ ਬਦਲਾਵ ਦੇ ਰੂਪ 'ਚ ਵੋਟਾਂ ਪਾਈਆਂ ਔਰ ਬਹੁਤ ਸਾਰੀਆਂ ਗਲਤੀਆਂ ਜਿਹੜੀਆਂ ਸੀਗੀਆਂ ਉਹ ਕਾਂਗਰਸ ਪਾਰਟੀ ਦੀਆਂ ਸਾਡੀ ਸਰਕਾਰ ਦੇ ਵਿੱਚ ਰਹੀਆਂ। ਇਸੇ ਕਰਕੇ ਲੋਕਾਂ ਨੇ ਬਦਲਾਵ ਦੇ ਰੂਪ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਚੁਣਿਆ। ਪਰ ਦਿਨ ਬ ਦਿਨ ਵੱਧਦੀਆਂ ਵਾਰਦਾਤਾਂ, ਦਿਨ ਬ ਦਿਨ ਵੱਧਦੀਆਂ ਦੁਰਘਟਨਾਵਾਂ ਔਰ ਜਿਸ ਪ੍ਰਕਾਰ ਨਾਲ ਰੋਜ਼ ਨਵੀਂ ਕਹਾਣੀ ਔਰ ਖਬਰ ਮਿਲਦੀ ਹੈ, ਲੋਕਾਂ ਦੇ
ਦਿਲ ਸਹਿਮੇ ਵੇ ਹੈ। ਉਹਨਾਂ ਨੂੰ ਲੱਗਦਾ ਕਿ ਕਿਤੇ ਦੁਬਾਰੇ ਫੇਰ ਮੁੜ ਉਹ ਕਹਾਣੀ ਨਾ ਤੁਰ ਪਏ। ਅੱਜ ਮਨੀਸ਼ ਤਿਵਾੜੀ ਜੀ ਨੇ ਵੀ ਲਿਖਿਆ ਕਿ ਫਿਰ ਮੈਂ ਉਹਨੂੰ ਪੜ੍ਹਿਆ 1980 ਦੇ ਵਿੱਚ ਇਸੇ ਤਰ੍ਹਾਂ ਦੀਆਂ ਸ਼ੁਰੂਆਤ ਹੋਈਆਂ ਸਨ, ਛੋਟੀਆਂ ਛੋਟੀਆਂ ਦੁਰਘਟਨਾਵਾਂ, ਫਿਰ ਉਹ ਛੋਟੀ ਚਿੰਗਾਰੀ ਤੋਂ ਇੱਕ ਭਿਆਨਕ ਅੱਗ ਦਾ ਰੂਪ ਧਾਰਨ ਕਰ ਗਈਆਂ। ਇੰਟੈਲੀਜੈਂਸ ਤੇ ਆਫਿਸ ਤੇ ਬੇਸ਼ੱਕ ਸੱਚੇ ਪਾਤਸ਼ਾਹ ਦੀ ਮਿਹਰ ਰਹੀ, ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਲੇਕਿਨ ਇਸ ਤਰ੍ਹਾਂ ਅਟੈਕ ਹੋਣਾ ਮੈਂ ਸਮਝਦਾ ਹੈ ਕਿ ਇਹ ਕੋਈ ਛੋਟੀ ਗੱਲ ਨਹੀਂ ਹੈ, ਬਹੁਤ ਵੱਡੀ ਗੱਲ ਹੈ। ਇਹਨੂੰ ਹਾਸੇ ਖੇਡੇ 'ਚ ਨਹੀਂ ਲਿਆ ਜਾ ਸਕਦਾ। ਇਹਦੇ ਸਿੱਟੇ ਗੰਭੀਰ ਹੋ ਸਕਦੇ ਨੇ। ਲੋੜ ਹੈ ਕਿ ਸਭ ਤੋਂ ਵੱਡੀ ਗੱਲ ਹੈ, ਪਾਰਟੀਆਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ, ਸਰਕਾਰਾਂ ਵੀ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ, ਧੜੇ ਨਹੀਂ ਹੁੰਦੇ ਨੇ, ਲੇਕਿਨ ਸਭ ਤੋਂ ਵੱਡੀ ਗੱਲ ਹੈ ਕਿ ਪੰਜਾਬ ਨੂੰ ਕਿੱਦਾਂ ਬਚਾ ਕੇ ਰੱਖਣਾ ਹੈ। ਇਹਦੇ ਤੇ ਜ਼ਰੂਰ ਮੰਥਨ ਹੋਣਾ ਚਾਹੀਦਾ ਹੈ ਔਰ ਇਹਦੇ ਤੇ ਸਰਕਾਰ ਦੇ, ਅਗਰ ਸਰਕਾਰ ਚਾਹਵੇ ਕੋਈ ਸੁਝਾਅ ਲੈਣੇ ਜਾਂ ਸਾਡੇ ਸਾਥ ਦੀ ਲੋੜ ਹੋਵੇ, ਅਸੀਂ ਬਿਲਕੁਲ ਸਰਕਾਰ ਦੇ ਨਾਲ ਚਟਾਂਗ ਵਾਂਗ ਖੜੇ ਹੋਵਾਂਗੇ, ਲੇਕਿਨ ਪੰਜਾਬ ਨੂੰ ਬਚਾਉਣ ਵਾਸਤੇ। ਲੇਕਿਨ ਮੈਂ ਮਾਨ ਸਾਹਿਬ ਨੂੰ ਇਸ ਗੱਲ ਨੂੰ ਕਹਿਣਾ ਚਾਹੁੰਦਾ ਹੈ, ਬਜਾਏ ਕਿ ਪੁਲਿਸ ਨੂੰ ਇੱਧਰ ਉੱਧਰ ਦੇ ਕੰਮ ਲਾਉਣ ਤੋਂ ਸਾਨੂੰ ਤਵੱਜੋ ਦੇਣੀ ਚਾਹੀਦੀ ਹੈ। ਇਸ ਜਿਹੜੀ ਦੁਰਘਟਨਾ ਹੋਈ ਹੈ, ਇਹਦੇ ਪਿੱਛੇ ਕੀ ਕਹਾਣੀ ਸੀ, ਕਿਉਂ ਹੋਈ, ਕਿੱਥੋਂ ਇਹਦੀ ਸ਼ੁਰੂਆਤ ਹੋਈ, ਇਹਦੇ ਤੇ ਬੜਾ ਗੌਰ ਨਾਲ ਸਾਨੂੰ ਨਜ਼ਰ ਰੱਖਣ ਦੀ ਲੋੜ ਹੈ। ਕਿਉਂਕਿ ਕੋਈ ਵਿਅਕਤੀ, ਚਾਹੇ ਉਹ ਛੋਟਾ ਤੋਂ ਛੋਟਾ ਹੈ, ਛੋਟਾ ਬਸ਼ਿੰਦਾ ਹੈ ਕੋਈ, ਅੱਜ ਪੰਜਾਬ ਦੇ ਅੰਦਰ ਇਹੋ ਜਿਹੀ ਅਗਰ ਕੋਈ ਹਾਲਾਤ ਬਣਦੇ ਆ ਤਾਂ ਉਹਨਾਂ ਤੋਂ ਬਰਦਾਸ਼ਤ ਨਹੀਂ ਹੋਏਗਾ। ਕਿਉਂਕਿ ਅੱਜ ਪੰਜਾਬ ਚੰਗਾ ਵੇਲਾ ਸੀ, ਉਦੋਂ ਪੰਜਾਬ ਝੱਲ ਗਿਆ ਇਹ ਹਾਲਾਤਾਂ ਨੂੰ, ਲੇਕਿਨ ਹੁਣ ਤਾਂ ਮੇਰੇ ਖਿਆਲ ਪੰਜਾਬ ਦੇ ਵਿੱਚ ਉਨੀ ਤਾਕਤ ਨਹੀਂ ਰਹੀ ਹੈ ਕਿ ਉਹ ਇਹੋ ਜਿਹੀਆਂ ਵੱਡੇ ਨੁਕਸਾਨ ਝੱਲ ਪਾਵੇ। ਸੋ ਉਮੀਦ ਕਰਦਾ ਕਿ ਇਸ ਤੋਂ ਅਸੀਂ ਕੁਝ ਸਿੱਖਾਂਗੇ ਔਰ ਮੌਜੂਦਾ ਸਰਕਾਰ ਇਹਦੇ ਤੇ ਗੌਰ ਫਰਮਾ ਕੇ ਪੁਖਤਾ ਇੰਤਜ਼ਾਮਾਤ ਕਰੇਗੀ। ਵੜਿੰਗ ਸਾਹਿਬ, ਸਿੱਧੂ ਸਾਹਿਬ ਮਿਲ ਕੇ ਆਏ ਮਾਨ ਸਾਹਿਬ ਨੂੰ, ਤੁਸੀਂ ਕਿਹਾ ਕਿ ਸਰਕਾਰ ਨੂੰ ਸੁਝਾਅ ਦੀ ਵੀ ਲੋੜ ਹੈਗੀ, ਸੁਝਾਅ ਲੈਣੇ ਚਾਹੀਦੇ ਆ। ਤੁਸੀਂ ਵਕਤ ਲੈ ਕੇ ਦੇਖੋਗਾ, ਤੁਹਾਡਾ ਸੁਝਾਅ ਕੀ ਪਤਾ ਕੰਮ ਆ ਜਾਵੇ, ਕਿਉਂਕਿ ਨੈਸ਼ਨਲ ਪਾਰਟੀ ਨੇ ਤੁਹਾਨੂੰ ਪੰਜਾਬ ਦਾ ਪ੍ਰਧਾਨ ਚੁਣਿਆ, ਕੋਈ ਤਾਂ ਕਾਬਲੀਅਤ ਹੈਗੀ ਆ, ਉਹਨਾਂ ਨੂੰ ਨਜ਼ਰ ਆਈ ਹੋਏਗੀ। ਦੇਖੋ, ਮਾਨ ਸਾਹਿਬ ਜ਼ਰੂਰਤ ਜਦੋਂ ਸਮਝਣਗੇ ਉਹਨਾਂ ਨੂੰ ਮਿਲ ਵੀ ਲਿਆ ਜਾਏਗਾ ਜਾਂ ਉਹਨਾਂ ਤੋਂ ਟਾਈਮ ਮੰਗ ਲਿਆ ਜਾਏਗਾ ਜਾਂ ਉਹ ਵੀ ਸੱਦ ਸਕਦੇ ਨੇ। ਲੇਕਿਨ ਮੈਂ ਇਹ ਕਿਹਾ ਕਿ ਅਗਰ ਸਰਕਾਰ ਇਹ ਚਾਹੇਗੀ ਕਿ ਸਾਰੇ ਦਲਾਂ ਨੂੰ, ਬਿਕੋਜ਼ ਇਹੋ ਜਿਹੀ ਘਟਨਾ 'ਚ ਅਸੀਂ ਪਹਿਲਾਂ ਪੰਜਾਬੀ ਹਾਂ, ਇਹੋ ਜਿਹੇ ਜਿੱਥੇ ਆਵਾਜ਼ ਕੋਈ ਮਾਰੇਗਾ ਅਸੀਂ ਐ ਚਟਾਂਗ ਵਾਂਗ ਖੜੇ ਹੋਵਾਂਗੇ। ਲੇਕਿਨ ਮੇਰੀ ਉਹਨਾਂ ਨੂੰ ਸੁਝਾਅ ਇਹੀ ਹੈ, ਤੁਹਾਡੇ ਰਾਹੀਂ ਹੈ, ਕਿ ਬਹੁਤ ਗੰਭੀਰਤਾ ਦੇ ਨਾਲ, ਸੰਜੀਦਗੀ ਦੇ ਨਾਲ ਇਹਨੂੰ ਆਪੋਜੀਸ਼ਨ ਦਾ ਉਹ ਨਾ ਮੰਨਦੇ ਹੋਏ, ਕਿ ਸਵਾਲ ਨਾ ਮੰਨਦੇ ਹੋਏ, ਇੱਕ ਸੁਝਾਅ ਮੰਨਦੇ ਹੋਏ ਸੰਜੀਦਗੀ ਦੇ ਨਾਲ ਉਹਨਾਂ ਨੂੰ ਇਹਦੇ ਤੇ ਵਿਚਾਰਨ ਦੀ ਲੋੜ ਹੈ। ਔਰ ਕਿਉਂਕਿ ਪਹਿਲਾਂ ਇੱਕ ਦੁਰਘਟਨਾ ਹੋ ਕੇ ਹਟੀ ਹੈ, ਇਹ ਪਟਿਆਲਾ ਦੇ ਅੰਦਰ ਹੋਈ ਹੈ, ਸੋ ਫਿਰ ਖਾਲਿਸਤਾਨ ਦਾ ਝੰਡਾ ਲੱਗ ਜਾਣਾ ਹਿਮਾਚਲ ਚੌਥੇ। ਸੋ ਮੈਨੂੰ ਲੱਗਦਾ ਇਹ ਕੜੀ ਨਾਲ ਕੜੀ ਜੁੜਦੀ ਜਾ ਰਹੀ ਹੈ। ਇਹਨੂੰ ਅਸੀਂ ਪੰਜਾਬ ਸਮਰੱਥ ਹੈਗਾ ਇਹਨੂੰ ਸੰਭਾਲਣ ਦੇ, ਔਰ ਉਮੀਦ ਕਰਦੇ ਹਾਂ ਕਿ ਉਹ ਸੰਭਾਲਣਗੇ। ਜ਼ਰੂਰਤ ਪਈ ਤਾਂ ਜਾ ਕੇ ਵੀ ਸੁਝਾਅ ਦੇ ਦਿਆਂਗੇ। ਤੁਸੀਂ ਅਨੁਸ਼ਾਸਨ ਦੀ ਗੱਲ ਕਰਦੇ ਹੋ, ਡਿਸਿਪਲਿਨ ਦੀ ਗੱਲ ਕਰਦੇ ਹੋ, ਕਾਂਗਰਸ ਦੇ ਡਿਸਿਪਲਿਨ ਦੀ ਵੀ ਗੱਲ ਹੁੰਦੀ ਹੈ, ਲੇਕਿਨ ਪੰਜਾਬ ਦਾ ਜਿਹੜਾ ਅਨੁਸ਼ਾਸਨ ਹੈਗਾ ਉਹ ਕਿਤੇ ਨਾ ਕਿਤੇ ਹੁਣ ਦੇਖਿਆ ਜਾ ਸਕਦਾ ਜਗ ਜ਼ਾਹਰ ਹੈਗਾ। ਅਨੁਸ਼ਾਸਨ ਦੇ ਵਿੱਚ ਜਿਹੜੇ ਇਹੋ ਜਿਹੇ ਲੋਕ ਹੈਗੇ ਨੇ ਜੋ ਸ਼ਰਾਰਤੀ ਅੰਸਰ ਨੇ ਜੋ ਦਹਿਸ਼ਤਗਰਦੀ ਫੈਲਾਉਂਦੇ ਨੇ, ਇਹਨਾਂ ਨੂੰ ਤੇ ਰਾਜਾ ਵੜਿੰਗ ਸਾਹਿਬ ਤੁਹਾਡਾ ਇੱਕ ਉਹ ਰੂਪ ਵੀ ਹੈਗਾ ਜਦੋਂ ਤੁਸੀਂ ਕੰਨ ਵੀ ਸੇਕ ਦਿੰਦੇ ਹੁੰਦੇ ਹੋ। ਇੱਦਾਂ ਦਾ ਅਨੁਸ਼ਾਸਨ ਵੀ ਦੇਖਣ ਦੀ ਲੋੜ ਹੈਗੀ ਹੈ ਪੰਜਾਬ ਦੇ ਵਿੱਚ ਕਿ ਇਹਨਾਂ ਦੇ ਨਾਲ ਇਸ ਤਰੀਕੇ ਦੇ ਨਾਲ ਕਰਨਾ ਪਏਗਾ। ਇਹ ਦੇਖੋ, ਜਦੋਂ ਰਾਜਾ ਵੜਿੰਗ ਨੂੰ ਕਿਤੇ ਨਾ ਕਿਤੇ ਸੱਚੇ ਪਾਤਸ਼ਾਹ ਨੇ ਔਰ ਲੋਕਾਂ ਨੇ ਕਿਰਪਾ ਕੀਤੀ, ਉਹਦੇ ਨਾਲ ਉਹਦਾ ਕ੍ਰਿਟਿਸਿਜ਼ਮ ਵੀ ਹੋਇਆ। ਮੈਂ ਦੇਖਦਾ ਹੁਣ ਕਈ ਵਾਰੀ ਕਿ 10-10 ਸਾਲ ਪੁਰਾਣੀਆਂ ਮੇਰੀਆਂ ਜਿਹੜੀਆਂ ਖਬਰਾਂ, ਕਹਾਣੀਆਂ ਉਹ ਦਿਖਾਈਆਂ ਜਾ ਰਹੀਆਂ, ਜਿਵੇਂ ਤੁਸੀਂ ਕਿਹਾ ਕੰਨ ਸੇਕਣ। ਮੈਂ ਕਿਸੇ ਦਾ ਕੰਨ ਨਾ ਮੇਰੇ ਕੋਲ ਸੇਕਣ ਦੀ ਇਜਾਜ਼ਤ ਹੈ, ਨਾ ਮੇਰੇ ਕੋਲ ਇਹ ਅਧਿਕਾਰ ਹੈ ਇਸ ਗੱਲ ਦੇ। ਜਿਹੜੀ ਤੁਸੀਂ ਕੰਨ ਸੇਕਣ ਦੀ ਗੱਲ ਕਰ ਰਹੇ ਹੋ ਜਾਣ ਬੁੱਝ ਕੇ ਉਲਝਾ ਕੇ, ਉਹ ਇਹ ਹੈ ਕਿ ਅੱਜ ਤੋਂ 10 ਵਰ੍ਹੇ ਪਹਿਲਾਂ ਪਾਰਲੀਮੈਂਟ ਦਾ ਚੁਣਾਵ ਹੋਇਆ ਸੀ,
ਜੋਗਿੰਦਰ ਸਿੰਘ ਪੰਜਗਰਾਈ ਲੜੇ, ਗਿੱਦੜਬਾਹ 'ਚ ਬਾਹਰ ਗੋਲੀ ਚੱਲ ਦੇ ਹਾਲਾਤ ਸਨ, ਕੁੱਟਿਆ ਜਾ ਰਿਹਾ ਸੀ, ਲੜਾਈ 'ਚ ਹੋ ਗਈ ਸੀ। ਉਹ ਮੇਰਾ ਬ੍ਰਦਰ ਇਨ ਲਾਅ ਜਾਣੀ ਕਿ ਮੇਰਾ ਰਿਸ਼ਤੇਦਾਰ ਮੈਨੂੰ ਰੋਕ ਰਿਹਾ ਸੀ ਬਾਹਰ ਜਾਣ ਤੋਂ, ਤੇ ਮੈਂ ਉਹਨੂੰ ਗੁੱਸੇ 'ਚ ਉਰੇ ਜਿਵੇਂ ਆਪਾਂ, ਸੋ ਇਹ ਮੇਰੇ ਕੋਲ ਇਹ ਅਧਿਕਾਰ ਨਹੀਂ ਹੈ। ਮੈਂ ਤਾਂ ਡਿਸਿਪਲਿਨ 'ਚ ਸਭ ਨੂੰ ਪਿਆਰ ਦੇ ਨਾਲ, ਨਿਮਰਤਾ ਦੇ ਨਾਲ, ਮੈਂ ਉਹ ਪਤਾ ਨਹੀਂ ਅੱਜ ਕੱਲ ਵੀਡੀਓ ਵੀ ਉਹ ਕਾਫੀ ਚੱਲ ਰਹੀ ਹੈ, ਘੁੰਮਦੀ ਬੜੀ ਪਈ ਹੈ ਨਾ, ਘੁੰਮਦੀ ਪਈ ਹੈ। ਮੈਂ ਤੁਹਾਨੂੰ ਦੱਸਿਆ ਨਾ ਕਿ ਜਦੋਂ ਮੇਰਾ ਤਾਂ ਨੂੰ ਕੰਮ ਜਾਂਦਾ ਹੈ, ਉਦੋਂ ਕੁਝ ਲੋਕਾਂ ਨੂੰ ਮੈਂ ਚੰਗਾ ਨਹੀਂ ਲੱਗਦਾ। ਸੋ ਇਸ ਕਰਕੇ ਇਹ ਗੱਲਾਂ ਚਲਾ ਦਿੰਦੇ, ਜਿਵੇਂ ਖਾਂਸੀ ਦੀ ਦਵਾਈ ਕਿਸੇ ਨੇ ਕਿਹਾ। ਸੋ ਮੈਂ ਤਾਂ ਜੋੜਨ ਆਇਆ, ਸਭ ਨੂੰ ਜੋੜਨ ਆਇਆ, ਮੈਂ ਤੋੜਨ ਨਹੀਂ ਆਇਆ। ਮੈਂ ਬਿਲਕੁਲ ਕਿਸੇ ਨੂੰ ਕੋਈ ਨਸੀਹਤ ਦੇਣ ਨਹੀਂ ਆਇਆ, ਲੇਕਿਨ ਹਾਂ ਇਹ ਜ਼ਰੂਰ ਚਾਹੁੰਦਾ ਹੈ ਕਿ ਪਾਰਟੀ ਦੇ ਅੰਦਰ ਮੇਰੇ ਮਨ ਦੀ ਇੱਛਾ ਹੈ ਕਿ ਡਿਸਿਪਲਿਨ ਕਾਇਮ ਰਹੇ। ਅਗਰ ਡਿਸਿਪਲਿਨ ਕਾਇਮ ਰਹੇਗਾ ਤਾਂ ਅਸੀਂ ਪਾਰਟੀ ਨੂੰ ਅੱਗੇ ਵਧਾ ਪਾਵਾਂਗੇ, ਔਰ ਦਿਨ ਬ ਦਿਨ ਅਸੀਂ ਪੌੜੀਆਂ ਚੜ੍ਹਦੇ ਜਾਵਾਂਗੇ। ਕੋਈ ਐਸੀ ਚੀਜ਼ ਨਹੀਂ ਹੈ ਜਿਹੜੀ ਕਿ ਨਾਮੁਮਕਿਨ ਹੈ। ਅਗਰ ਇੱਕ ਦਰਿਆ ਵਿਛਾਉਣ ਵਾਲਾ ਵਿਅਕਤੀ ਪਾਰਟੀ ਦੇ ਅੰਦਰ ਬਲਾਕ ਪ੍ਰਧਾਨ ਤੋਂ ਚੱਲ ਕੇ ਅੱਜ 43 ਸਾਲਾਂ ਦੀ ਉਮਰ 'ਚ ਜਾਂ 44 ਸਾਲਾਂ ਦੀ ਉਮਰ 'ਚ ਪੰਜਾਬ ਕਾਂਗਰਸ ਪਾਰਟੀ ਦਾ ਪ੍ਰਧਾਨ ਬਣ ਗਿਆ, ਤਾਂ ਮੇਰਾ ਖਿਆਲ ਕੋਈ ਚੀਜ਼ ਨਾਮੁਮਕਿਨ ਨਹੀਂ ਹੈ। ਰੱਬ ਸੱਚੇ ਪਾਤਸ਼ਾਹ, ਉੱਚੇ ਬੋਲਣਾ ਬੋਲੀਏ ਕਰਤਾਰੋਂ ਡਰੀਏ, ਤੁਹਾਡੇ ਤੇ ਕਿਰਪਾ ਕਰਦਾ ਰਹਿੰਦਾ ਅਗਰ ਤੁਹਾਡੀ ਨੀਅਤ ਸਾਫ਼ ਹੈ ਤਾਂ। ਸੋ ਕਿਸੇ ਪ੍ਰਕਾਰ ਦੀ ਕੋਈ ਦਿੱਕਤ ਨਹੀਂ ਹੈ, ਲੇਕਿਨ ਹਾਂ ਡਿਸਿਪਲਿਨ ਕਾਇਮ ਜ਼ਰੂਰ ਕਰਾਂਗੇ ਪਾਰਟੀ ਦੇ ਵਿੱਚ। ਕਾਫੀ ਹੱਦ ਤੱਕ ਬਹੁਤ ਕੰਮ ਠੀਕ ਹੈ, ਤੇ ਜਿਹੜੀਆਂ ਮਾੜੀਆਂ ਮੋਟੀਆਂ ਕਮੀਆਂ ਪੇਸ਼ੀਆਂ ਸੀ ਆਉਣ ਵਾਲੇ ਸਮੇਂ 'ਚ ਉਹਨੂੰ ਠੀਕ ਕਰ ਲਵਾਂਗੇ। ਸਾਹਿਬ ਇਹ ਗੱਲ ਕੋਈ ਕਸਕ ਪੈਦਾ ਕਰਦੀ ਦਿਲ ਦੇ ਵਿੱਚ ਜਦੋਂ ਸਿੱਧੂ ਸਾਹਿਬ ਇਕੱਲੇ ਜਾ ਕੇ ਮਿਲ ਲੈਂਦੇ ਆ, ਜਾਂ ਤੁਸੀਂ ਨਾਲ ਨਹੀਂ ਹੁੰਦੇ, ਜਾਂ ਤੁਹਾਨੂੰ ਫੋਨ ਨਹੀਂ ਕੀਤਾ, ਜਾਂ ਕੁਝ ਵੀ ਕਸਕ ਪੈਦਾ ਹੁੰਦੀ ਦਿਲ ਦੇ ਵਿੱਚ ਕਿ ਯਾਰ ਮੈਂ ਪਾਰਟੀ ਦਾ ਪ੍ਰਧਾਨ ਹਾਂ, ਸਿੱਧੂ ਸਾਹਿਬ ਕਾਂਗਰਸ ਦਾ ਹਿੱਸਾ ਨੇ? ਕਸਕ ਤਾਂ ਹੁੰਦੀ ਹੋਏਗੀ ਜਾਂ ਨਹੀਂ? ਬਿਲਕੁਲ ਨਹੀਂ, ਬਿਲਕੁਲ ਨਹੀਂ, ਬਿਲਕੁਲ ਹੀ ਨਹੀਂ। ਇਹ ਮੈਂ ਕਹਿੰਦਾ ਸਰਦਾਰ ਨਵਜੋਤ ਸਿੰਘ ਸਿੱਧੂ ਸਾਹਿਬ ਦੀ ਆਪਾਂ ਪਹਿਲਾਂ ਵੀ ਬਹੁਤ ਇੱਜ਼ਤ ਕਰਦੇ ਰਹੇ ਐਜ਼ ਏ ਮੈਨ। ਹੁਣ ਵੀ ਮੇਰੇ ਮਨ 'ਚ ਉਨੀ ਹੀ ਇੱਜ਼ਤ ਹੈ। ਹਾਲਾਂਕਿ ਤੁਸੀਂ ਵੇਖਿਆ ਹੋਣਾ ਸਭ ਤੋਂ ਵੱਧ ਤਾਂ ਚਾਅ ਮੈਨੂੰ ਚੜ੍ਹਿਆ ਸੀ ਜਦੋਂ ਸਰਦਾਰ ਨਵਜੋਤ ਸਿੰਘ ਸਿੱਧੂ ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਬਣੇ ਸਨ। ਤੁਹਾਨੂੰ ਇਹ ਵੀ ਯਾਦ ਹੋਣਾ ਜਦੋਂ ਉਹਨਾਂ ਦਾ ਕ੍ਰਿਟਿਸਿਜ਼ਮ ਹੁੰਦਾ ਸੀ, ਜਦੋਂ ਉਹ ਮੰਤਰੀ ਤੋਂ ਲਾਹ ਦਿੱਤੇ ਗਏ ਸਨ, ਜਦੋਂ ਲੋਕ ਕੋਈ ਕਹਿੰਦਾ ਸੀ ਫਲਾਂ ਦੀ ਜਾਂਚ ਹੋਏਗੀ, ਵਿਜੀਲੈਂਸ ਫਲਾਂ ਇਹ ਵੋ। ਮੈਂ ਅਕਸਰ ਇਹ ਕਿਹਾ ਕਰਦਾ ਸੀ ਕਿ ਇਹ ਗੱਲਾਂ ਠੀਕ ਨਹੀਂ ਹਨ ਸਮਾਜ ਦੇ ਵਿੱਚ, ਔਰ ਕਿਸੇ ਵਿਅਕਤੀ ਵਿਸ਼ੇਸ਼ ਲਈ ਇਹ ਗੱਲ ਨਹੀਂ ਹੋਣੀ ਚਾਹੀਦੀ। ਕੋਈ ਕਹਿੰਦੇ ਸੀ ਪਾਰਟੀ 'ਚੋਂ ਚਲੇ ਜਾਣਗੇ ਤਾਂ ਕੋਈ ਫਰਕ ਨਹੀਂ ਪੈਂਦਾ, ਮੈਂ ਕਹਿੰਦਾ ਸੀ ਨਹੀਂ, ਇਹ ਗੱਲ ਵੀ ਨਹੀਂ ਚੰਗੀ ਹੈ। ਸੋ ਮੈਨੂੰ ਸਿੱਧੂ ਸਾਹਿਬ ਕਿਸੇ ਨੂੰ ਵੀ ਮਿਲਣ, ਪੰਜਾਬ ਦੀ ਬਿਹਤਰੀ ਵਾਸਤੇ ਅਗਰ ਉਹ ਮਿਲਦੇ ਹੈ, ਕਾਂਗਰਸ ਪਾਰਟੀ ਦੀ ਮਜ਼ਬੂਤੀ ਵਾਸਤੇ ਮਿਲਦੇ ਹੈ, ਇਸ ਤੋਂ ਚੰਗੀ ਗੱਲ ਕੀ ਹੋ ਸਕਦੀ ਹੈ? ਮੈਨੂੰ ਬੇਹੱਦ ਖੁਸ਼ੀ, ਮੈਨੂੰ ਬਿਲਕੁਲ ਆਪਦੇ ਮਨ 'ਚ ਇੱਕ ਵੀ ਪੈਸੇ ਦਾ ਸੰਕੋਚ ਨਹੀਂ ਹੈ ਕਿ ਉਹ ਮਾਨ ਸਾਹਿਬ ਨੂੰ, ਕਿਉਂ ਹਰ ਵਿਅਕਤੀ ਕੋਲ ਇਹ ਅਧਿਕਾਰ ਹੈ ਮਾਨ ਸਾਹਿਬ ਨੂੰ ਮਿਲਣ ਦਾ। ਮੁੱਖ ਮੰਤਰੀ ਪੰਜਾਬ ਨੇ, ਸਭ ਦੇ ਸਾਂਝੇ ਮੁੱਖ ਮੰਤਰੀ ਨੇ। ਸੋ ਮੈਨੂੰ ਬਿਲਕੁਲ ਮੇਰੇ ਮਨ 'ਚ ਇਹ ਹਚਕਿਚਾਹਟ ਨਹੀਂ ਹੈ ਕਿ ਕਿਉਂ ਮਿਲਿਆ। ਮੈਂ ਤਾਂ ਕਹਿੰਦਾ ਰੋਜ਼ਾਨਾ ਮਿਲਣਾ ਚਾਹੀਦਾ। ਅਗਰ ਮਨ 'ਚ ਕੋਈ ਸੁਝਾਅ ਆਉਂਦਾ ਹੈ ਜਿਹੜਾ ਕਿ ਮਾਨ ਸਾਹਿਬ ਉਹ ਸੁਣ ਕੇ ਅਮਲ ਕਰ ਲੈਂਦੇ ਆ ਤੇ ਜਿਹਦੇ ਨਾਲ ਪੰਜਾਬ ਦੀ ਤਰੱਕੀ ਹੋਵੇ, ਤਾਂ ਫਿਰ ਰੋਜ਼ ਵੀ ਮਿਲਣਾ ਚਾਹੀਦਾ, ਕੋਈ ਦਿੱਕਤ ਨਹੀਂ। ਤੇ ਨਹੀਂ, ਇਹ ਚੀਜ਼ ਦੇ ਨਾਲ ਪੀੜ ਨਹੀਂ ਉੱਠਦੀ ਕਿ ਸਾਬਕਾ ਪ੍ਰਧਾਨ ਦੇ ਨਾਲ ਮਿੱਠੀਆਂ ਨਵੇਂ ਪ੍ਰਧਾਨ ਦੇ ਨਾਲ ਕੌੜੀਆਂ, ਕਿਉਂਕਿ ਉਹਨਾਂ ਦੇ ਕਈ ਮੰਤਰੀ ਹੁਣ ਜਿਹੜੇ ਹੈਗੇ ਨੇ ਤੁਹਾਡੇ ਤੋਂ ਖਫਾ ਨਜ਼ਰ ਆਉਂਦੇ, ਕਈ ਵਾਰੀ ਉਹ ਬਿਆਨ ਵੀ ਤੁਹਾਡੇ ਖਿਲਾਫ ਦੇ ਦਿੰਦੇ ਆ। ਕਈ ਮੰਤਰੀ ਜਿਹੜੇ ਹੈਗੇ ਨੇ ਉਹਨਾਂ ਨੇ ਬਿਆਨ ਵੀ ਦਿੱਤੇ। ਹਾਂ, ਕੋਈ ਮੈਂ ਤੁਹਾਨੂੰ ਕਹਿ ਰਿਹਾ ਨਾ ਜੀ, ਇਹ ਹਿੱਸਾ ਹੈ ਇੱਕ ਪੋਲਿਟਿਕਸ ਦਾ। ਜਦੋਂ ਤੁਸੀਂ ਉੱਪਰ ਨੂੰ ਜਾਓਗੇ ਜਾਂ ਕੋਈ ਗੱਲਬਾਤ ਹੋਏਗੀ, ਤੁਹਾਡਾ ਕ੍ਰਿਟਿਸਿਜ਼ਮ ਵੀ ਹੋਏਗਾ। ਸਮਝ ਲਓ ਵੀ ਅਗਰ ਤੁਹਾਡਾ ਕ੍ਰਿਟਿਸਿਜ਼ਮ ਹੋ ਰਿਹਾ ਹੈ, ਅਨਨੈਸੈਸਰਲੀ ਗੱਲਾਂ ਬਾਹਰ ਆ ਰਹੀਆਂ ਹੈ, ਅਨਨੈਸੈਸਰਲੀ ਤੁਹਾਡੇ ਬਾਰੇ ਕੋਈ ਚੀਜ਼ ਫਲੈਸ਼ ਕੀਤੀ ਜਾ ਰਹੀ ਹੈ, ਤੇ ਮੈਨੂੰ ਲੱਗਦਾ ਹੈ ਕਿ ਇਹਦਾ ਮਤਲਬ ਤੁਹਾਡੀ ਕਿਤੇ ਨਾ ਕਿਤੇ ਤੁਸੀਂ ਸਹੀ ਟਰੈਕ ਤੇ ਹੋ। ਅਦਰਵਾਈਜ਼ ਤੁਰੇ ਜਾਂਦੇ ਬੰਦੇ ਨੂੰ, ਜਿਹਨੂੰ ਕੋਈ ਨਹੀਂ ਰੈਕੋਗਨਾਈਜ਼ ਕਰਦਾ ਜਾਂ ਜਿਹਨੂੰ ਕੋਈ ਪਛਾਣਦਾ ਨਹੀਂ, ਉਹਦੇ ਬਾਰੇ ਕੋਈ ਟਿੱਪਣੀ ਨਹੀਂ ਹੋਏਗੀ। ਆਲ ਆਫ ਸਡਨ ਜਦੋਂ ਬੰਦਾ ਮੰਤਰੀ ਬਣ ਜਾਂਦਾ ਹੈ, ਆਲ ਆਫ ਸਡਨ ਜਦੋਂ ਕਾਂਗਰਸ ਪਾਰਟੀ ਦਾ ਪ੍ਰਧਾਨ ਬਣ ਜਾਂਦਾ ਹੈ, ਆਲ ਆਫ ਸਡਨ ਜੇ ਕੋਈ ਚੀਜ਼ ਅਹੁਦੇ ਤੇ ਹੁੰਦਾ, ਫਿਰ ਉਹਦੀਆਂ ਨਾਕਾਮੀਆਂ ਜਾਂ ਉਹਦੀਆਂ ਕੋਈ ਐਸੀਆਂ ਸਟੋਰੀਆਂ ਕੱਢਣ ਲੱਗ ਪੈਂਦੇ ਲੋਕ ਜਿਹਦੇ ਨਾਲ ਉਹਨੂੰ ਕਿਤੇ ਨਾ ਕਿਤੇ ਰੋਕਿਆ ਜਾ ਸਕੇ, ਕਿਉਂਕਿ ਇਹ ਆਪੋਜੀਸ਼ਨ ਦੀ ਚਾਲ ਹੁੰਦੀ ਹੈ। ਹਰ ਬੰਦਾ ਆਪਦੀ ਚਾਲ ਚੱਲਦਾ ਕਿ ਜਿਵੇਂ ਉਹ ਚੈਸ ਦੀ ਸ਼ਤਰੰਜ ਦੇ ਵਿੱਚ ਜਦੋਂ ਤੁਸੀਂ ਘੋੜਾ 2.5 ਕਦਮ ਅੱਗੇ ਜਾਂਦਾ ਤਾਂ ਫਿਰ ਉਧਰੋਂ ਅਗਲਾ ਚਾਲ ਚੱਲਦਾ। ਸੋ ਇਸੇ ਤਰ੍ਹਾਂ ਇਹ ਮੈਨੂੰ ਲੱਗਦਾ ਹੈ ਕਿ ਮੈਂ ਮਹਿਸੂਸ ਕਰਦਾ ਕਿ ਜੇ ਰਾਜਾ ਵੜਿੰਗ ਦਾ ਅਨਨੈਸੈਸਰਲੀ
ਚੀਜ਼ਾਂ ਫਲੈਸ਼ ਕਰਕੇ ਕ੍ਰਿਟਿਸਿਜ਼ਮ ਹੋ ਰਿਹਾ ਹੈ, ਜਾਂ ਉਹਦੇ ਵੱਲ ਗੱਲ ਉਹਦੇ ਕਈ ਹੋਰ ਮੰਤਰੀ ਸਾਹਿਬਾਨ ਕਹਿ ਰਹੇ ਨੇ, ਦੈਟ ਮੀਨਸ ਕਿ ਮੈਂ ਸਹੀ ਟਰੈਕ ਤੇ ਜਾ ਰਿਹਾ, ਮੈਨੂੰ ਰੁਕਾਵਟ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸੋ ਇਹ ਜਦੋਂ ਤੁਸੀਂ ਸਿਆਸਤ ਦੇ ਵਿੱਚ ਆਉਣੇ, ਕੰਮ ਪਹਿਲਾਂ ਹੁੰਦਾ ਹੈ। ਸੋ ਦੈਟ ਮੀਨਸ ਆਈ ਐਮ ਔਨ ਰਾਈਟ ਟਰੈਕ ਜੇ ਮੇਰਾ ਕ੍ਰਿਟਿਸਿਜ਼ਮ ਹੋ ਰਿਹਾ। ਔਰ ਮੈਂ ਚਾਹੁੰਦਾ ਕਿ ਰਾਜਾ ਵੜਿੰਗ ਜੋ ਵੀ ਹੈ, ਰਾਜੇ ਵੜਿੰਗ 'ਚ ਗੁੱਸਾ ਆਉਂਦਾ ਹੈ, ਲੋਕਾਂ ਨੂੰ ਪਤਾ ਹੋਣਾ ਚਾਹੀਦਾ ਰਾਜੇ ਵੜਿੰਗ 'ਚ ਨਰਮਾਈ ਹੈ, ਕੁਆਲਿਟੀਜ਼, ਚੰਗੀਆਂ ਗੱਲਾਂ ਤੇ ਮਾੜੀਆਂ ਗੱਲਾਂ, ਕਿਉਂਕਿ ਮੈਂ ਜਨਤਾ ਦਾ ਬੰਦਾ। ਗੁੱਸਾ ਕਿੰਨਾ? ਜਨਤਾ ਨਾ ਬਿਲਕੁਲ ਬਹੁਤ ਆਉਂਦਾ ਰਿਹਾ ਹੈ। ਕੋਈ ਸਮਾਂ ਸੀਗਾ ਬੜਾ ਗੁੱਸਾ ਆਉਂਦਾ ਸੀ ਯਾਰ, ਜਵਾਨ ਬੰਦੇ ਹੈ, ਕਦੇ ਸੱਚੀ ਗੱਲ ਤੇ ਹਰ ਵੇਲੇ ਮੈਨੂਪੂਲੇਸ਼ਨ ਨਹੀਂ ਕੀਤੀ ਜਾ ਸਕਦੀ, ਹਰ ਵੇਲੇ ਦਿਮਾਗ ਨਾਲ ਨਹੀਂ ਸੋਚਿਆ ਜਾਂਦਾ, ਦਿਲ ਨਾਲ ਵੀ ਸੋਚਣਾ ਪੈਂਦਾ। ਮੈਨੂੰ ਕਿਸੇ ਨੇ ਯਾਦ ਹੈ, ਕਿਸੇ ਮੈਂ ਗੁਰਦਾਸ ਮਾਨ ਜੀ ਦੇ ਬਾਰੇ ਕਿਸੇ ਨੇ ਕੁਛ ਕਹਿਤਾ ਸੀ ਤੇ ਮੈਂ ਗੁਰਦਾਸ ਮਾਨ ਜੀ ਦੀ ਉਹ ਬਾਰੇ ਹੱਕ 'ਚ ਬੋਲਤਾ ਸੀ। ਮੈਨੂੰ ਕਿਸੇ ਨੇ ਕਿਹਾ ਯਾਰ ਤੈਨੂੰ ਕੀ ਲੋੜ ਸੀ? ਆਈ ਸੈਡ ਨਹੀਂ, ਇਹ ਮੇਰੇ ਦਿਲ ਨੇ ਕਿਹਾ। ਹਾਲਾਂਕਿ ਉਹਦਾ ਮੈਨੂੰ ਕ੍ਰਿਟਿਸਿਜ਼ਮ ਵੀ ਚੱਲਣਾ ਪਿਆ, ਮੈਨੂੰ ਉਹਨਾਂ ਲੋਕਾਂ ਨੇ ਮੈਨੂੰ ਵੀ ਗਾਲਾਂ ਕੱਢੀਆਂ, ਹਰ ਵਿਅਕਤੀ ਨੂੰ ਹੱਕ ਹੈ ਗਾਲਾਂ ਕੱਢਣ ਦਾ। ਲੇਕਿਨ ਸ਼ਾਇਦ ਜਦੋਂ ਤੁਸੀਂ ਉਸ ਹੁਣ ਕਿਸੇ ਨੇ ਤਾਂ ਸੋਚਿਆ ਨਹੀਂ ਰਾਜਾ ਵੜਿੰਗ ਕਿਹਦੇ ਥੱਪੜ ਮਾਰ ਰਿਹਾ। ਰਾਜਾ ਵੜਿੰਗ ਲੋਕਾਂ ਨੇ ਸੋਚਿਆ ਕਿ ਰਾਜਾ ਵੜਿੰਗ ਪਤਾ ਨਹੀਂ ਕਿਹਦੇ ਥੱਪੜ ਮਾਰ ਰਿਹਾ, ਮੈਂ ਆਪਦੇ ਰਿਸ਼ਤੇਦਾਰ ਦੇ ਥੱਪੜ ਉਹਨੂੰ ਮਾਰ ਰਿਹਾ, ਵੀ ਪਾਸੇ ਹੋ ਜਾ, ਮੈਂ ਜਨਤਾ 'ਚ ਜਾਣਾ। ਹੁਣ ਕਿਸੇ ਨੂੰ ਇਹ ਗੱਲ ਦਾ ਪਤਾ ਨਹੀਂ ਵੀ ਕਿਉਂ ਇਹ ਗੱਲ ਘਟਨਾ ਵਾਪਰੀ, ਲੋਕਾਂ ਨੂੰ ਲੱਗੇਗਾ ਬੜਾ ਗੁੱਸੇ ਵਾਲਾ, ਲੇਕਿਨ ਬਾਹਰ ਜਨਤਾ ਲੜਾਈ ਹੋ ਰਹੀ ਸੀ। ਉਹ ਮੈਨੂੰ ਮੇਰੇ ਕਹਿਣ ਦਾ ਮਤਲਬ ਇਹ ਕ੍ਰਿਟਿਸਿਜ਼ਮ, ਜਦੋਂ ਇੱਕ ਗੱਲ ਲਿਖ ਲਓ, ਗੱਲ ਜਦੋਂ ਕ੍ਰਿਟਿਸਿਜ਼ਮ ਹੋਊਗਾ ਰਾਜਾ ਵੜਿੰਗ ਦਾ, ਉਦੋਂ ਸਮਝ ਲਓ ਕਿ ਮੇਰੀ ਗੱਡੀ ਹੈ ਬਿਲਕੁਲ ਕਲੀਅਰ ਜਾ ਰਹੀ। ਤੇ ਇਹ ਲੋਕ ਤੁਹਾਨੂੰ ਡੀਫੇਮ ਕਰਨ ਦੀ ਕੋਸ਼ਿਸ਼ ਨਹੀਂ ਕਰਦੇ ਫਿਰ? ਤੇ ਤੁਹਾਡਾ ਮਨ ਨਹੀਂ ਕਰਦਾ ਕਿ ਜੇ ਡੀਫੇਮ ਕਰਦੇ ਇਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਹੱਥ ਪਾਇਆ ਜਾਵੇ? ਡੀਫੇਮ ਕਰਦੇ ਤਾਂ ਰਾਜਾ ਵੜਿੰਗ 44 ਸਾਲਾਂ ਦਾ ਬਣ ਗਿਆ ਪ੍ਰਧਾਨ ਤੇ ਤੀਜੀ ਵਾਰੀ ਲਗਾਤਾਰ ਜਿੱਤ ਗਿਆ। ਜੇ ਲੋਕਾਂ 'ਚ ਜਿਨ੍ਹਾਂ 'ਚ ਮੈਂ ਸਭ ਤੋਂ ਜ਼ਿਆਦਾ ਰਹਿਣਾ, ਜਿਨ੍ਹਾਂ ਦੇ ਵਿੱਚ ਰਹਿਣਾ, ਜੇ ਉਹਨਾਂ ਨੇ ਇਸ ਹਨੇਰੀ 'ਚ ਮੈਨੂੰ ਜਿਤਾਇਆ ਤਾਂ ਇਹਦਾ ਮਤਲਬ ਮੈਨੂੰ ਪਿਆਰ ਕਰਦੇ ਆ ਲੋਕ। ਇਹ ਸਭ ਤੋਂ ਵੱਡੀ, ਕਹਿੰਦੇ ਨੇ ਡੈਮੋਕ੍ਰੇਸੀ ਦੇ ਵਿੱਚ ਸਭ ਤੋਂ ਵੱਡੀ ਮੋਹਰ ਹੈ। ਡੀਫੇਮ ਤੁਸੀਂ ਆਪਦੇ ਚੈਨਲ ਤੇ ਕਰ ਦਿਓਗੇ, ਮੈਨੂੰ ਕੋਈ ਫਰਕ ਨਹੀਂ ਪੈਂਦਾ। ਤੁਸੀਂ ਕੋਈ ਵੀਡੀਓ ਬਣਾ ਕੇ ਮੇਰੀ ਪਾ ਦਿਓਗੇ, ਕੋਈ ਫਰਕ ਨਹੀਂ ਪੈਂਦਾ। ਕਦੇ ਮੈਂ ਘਰੇ ਬੈਠਾ ਹੋਊਗਾ, ਉਹਦੀ ਕੋਈ ਚੁੱਪ ਚੁਪੀਤੇ ਵੀਡੀਓ ਬਣਾ ਕੇ ਪਾ ਦੇਗਾ, ਕੋਈ ਫਰਕ ਨਹੀਂ। ਡੀਫੇਮ ਲੋਕਾਂ ਦੇ ਦਿਲਾਂ 'ਚੋਂ ਨਹੀਂ ਹੋਣਾ ਚਾਹੀਦਾ। ਇਹ ਮਾਰਨ ਵਾਲੀ ਗੱਲ, ਖਾਂਸੀ ਦੀ ਦਵਾਈ ਵਾਲੀ ਗੱਲ, ਇਹ ਲੋਕਾਂ ਨੂੰ ਪਤਾ ਸੀ ਜਦੋਂ ਮੈਂ ਤੀਜੀ ਵਾਰੀ ਜਿੱਤਿਆ। ਸੋ ਮੇਰੇ ਕਹਿਣ ਦਾ ਮਤਲਬ, ਵਿਅਕਤੀ ਵਿਸ਼ੇਸ਼ ਨੂੰ ਜਿਹਦੇ 'ਚ ਦਿਲ ਸਾਫ਼ ਹੋਵੇ, ਨਜ਼ਰੀਆ ਕਲੀਅਰ ਹੋਵੇ, ਉਹਨੂੰ ਡੀਫੇਮ ਕੋਈ ਨਹੀਂ ਕਰ ਸਕਦਾ। ਇੱਕ ਬਿੱਲ ਆਪੋਜੀਸ਼ਨ ਇਹੋ ਜਿਹਾ ਵੀ ਲੈ ਕੇ ਆਏ ਨਾ ਵਿਧਾਨ ਸਭਾ ਦੇ ਵਿੱਚ ਕਿ ਜਿਹੜੀਆਂ ਪੁਰਾਣੀਆਂ ਵੀਡੀਓਜ਼ ਤੇ ਉਹਦੇ ਨਾਲ ਡੀਫੇਮ ਕਰਨਾ ਕਿਸੇ ਨੂੰ, ਇਦਾਂ ਦਾ ਵੀ ਕੋਈ ਬਿੱਲ ਹੋਣਾ ਚਾਹੀਦਾ ਹੈ ਜਿਹਦੇ ਨਾਲ ਥੋੜੀ ਇੱਕ ਬਾਉਂਡਰੀ ਲਾਈਨ ਤਾਂ ਖਿੱਚੀ ਜਾਵੇ। ਲਿਆਉਣਾ ਚਾਹੀਦਾ ਆਪੋਜੀਸ਼ਨ ਨੂੰ ਇਦਾਂ ਦਾ ਬਿੱਲ, ਪੰਜਾਬ 'ਚ ਤਾਂ ਹੋਣਾ ਚਾਹੀਦਾ ਘੱਟੋ ਘੱਟ। ਫੇਕ ਜਿਹੜੀ ਨਿਊਜ਼ ਹੈਗੀ ਉਹ ਤਾਂ ਨਾ ਫੈਲੇਗੀ। ਮੈਨੂੰ ਲੱਗਦਾ ਯਾਰ ਵਿਦਆਊਟ ਐਕਟੀਵਿਟੀ ਦੇਰ ਇਜ਼ ਨੋ ਪੋਲੀਟਿਕਸ। ਨੈਗੇਟਿਵ ਹੀ ਗੱਲ ਹੁੰਦੀ ਹੈ। ਹੁਣ ਕੱਲ ਪਰਸੋਂ ਦੀਆਂ ਮੇਰੀਆਂ ਵੀਡੀਓ ਚੱਲ ਰਹੀਆਂ ਤੇ ਮੇਰੀ ਉਹਦੇ ਨਾਲ ਵੀ ਚਰਚਾ ਹੋ ਰਹੀ ਹੈ। ਕਮ ਸੇ ਕਮ ਵਿਕ ਤਾਂ ਰਾਜਾ ਵੜਿੰਗ ਹੀ ਰਿਹਾ ਨਾ। ਰਾਜਾ ਵੜਿੰਗ ਜੇ 10 ਸਾਲਾਂ ਬਾਅਦ ਵੀ ਰਾਜਾ ਵੜਿੰਗ ਵੀ ਉਹ ਪੁਰਾਣਾ ਸਿਸਟਮ ਚੱਲ ਰਿਹਾ, ਤਾਂ ਮੈਂ ਸਮਝਦਾ ਕਿ ਇਹਨੂੰ ਪੋਜ਼ਿਟਿਵ ਲਓ। ਪੋਜ਼ਿਟਿਵ, ਹਰ ਚੀਜ਼ ਨੂੰ ਤੁਸੀਂ ਪੋਜ਼ਿਟਿਵ ਲਓ। ਜਦੋਂ ਤੁਸੀਂ ਹਰ ਚੀਜ਼ ਨੂੰ ਪੋਜ਼ਿਟਿਵ ਲਓਗੇ ਤਾਂ ਉਹ ਆਪਣੇ ਆਪ ਪੋਜ਼ਿਟਿਵ ਹੁੰਦਾ ਨਜ਼ਰ ਆਊਗਾ ਤੁਹਾਡਾ। ਮੈਂ ਅੱਗੇ ਉਹ ਸੁਖਬੀਰ ਬਾਦਲ ਰੋਜ਼ ਆ ਜਾਂਦੇ ਸੀ ਮੇਰੇ ਇਲੈਕਸ਼ਨਾਂ 'ਚ, 3 ਵਾਰੀ ਆ ਗਏ। ਮੈਂ ਕਿਹਾ ਦੋ ਹੀ ਗੱਲ ਹੈ, ਲੋਕਾਂ ਨੂੰ, ਜਨਤਾ ਨੂੰ ਖੜੇ। ਮੈਂ ਕਿਹਾ ਜਾਂ ਤਾਂ ਬੰਦਾ ਵਿਹਲਾ ਹੋ ਗਿਆ ਕਿ ਇਹਨੂੰ ਕੋਈ ਕੰਮ ਹੀ ਨਹੀਂ ਗਾ ਕਿ ਮੇਰੇ ਸਰਪੰਚਾਂ ਨੂੰ ਜੁਆਇਨ ਕਰਾਉਣ ਆ ਰਿਹਾ, ਤੇ ਜਾਂ ਮੇਰੇ ਤੋਂ ਡਰਦਾ ਹੀ ਇਹਨਾਂ ਕਿ ਮੇਰੇ ਨਾਂ ਹੀ ਲਈ ਜਾਂਦਾ। ਸੋ ਐਸੀ ਕੋਈ ਗੱਲ ਨਹੀਂ ਹੈ। ਮੈਨੂੰ ਲੱਗਦਾ ਕਿ ਰੱਬ ਤੁਹਾਨੂੰ ਡੀਫੇਮ ਨਾ ਕਰੇ। ਤੇ ਮੇਰੇ ਪੰਜਾਬ ਦੇ ਪਿਆਰੇ ਲੋਕ, ਤੁਹਾਨੂੰ ਮਜ਼ਾ ਆ ਰਿਹਾ? ਹਮੇਸ਼ਾ ਹੀ ਆਉਂਦਾ ਹੈ, ਹਮੇਸ਼ਾ ਮਜ਼ਾ ਆਉਂਦਾ ਹੈ, ਕਿਉਂਕਿ ਮੈਂ ਸਮਝਦਾ ਕਿ ਚਾਹੇ ਨੈਗੇਟਿਵ ਕੋਈ ਵਿਖਾ ਰਿਹਾ, ਚਾਹੇ ਪੋਜ਼ਿਟਿਵ ਦਿਖਾ ਰਿਹਾ, ਪਰ ਦਿਖਾ ਰਾਜੇ ਵੜਿੰਗ ਨੂੰ ਹੀ ਰਹੇ। ਅੱਛਾ, ਮੈਂ ਚੋਣਾਂ ਤੋਂ ਥੋੜ੍ਹੇ ਟਾਈਮ ਪਹਿਲਾਂ ਤੁਹਾਨੂੰ ਲੈ ਕੇ ਚੱਲਦਾ, ਜਿੱਥੇ ਰਾਜਾ ਵੜਿੰਗ ਦਾ ਇੱਕ ਕਿਰਦਾਰ ਲੋਕਾਂ 'ਚ ਨਜ਼ਰ ਆਉਂਦਾ ਸੀਗਾ, ਜਿੱਥੇ ਤੁਸੀਂ ਫੋਨ ਲੈ ਕੇ ਬੱਸ 'ਚ ਵੜ ਗਏ, ਤੁਸੀਂ ਬੱਸਾਂ ਰੋਕੀਆਂ, ਤੁਸੀਂ ਟਰਾਂਸਪੋਰਟ ਮਹਿਕਮੇ ਨੂੰ ਇਸ ਤਰੀਕੇ ਦੇ ਨਾਲ ਲੋਕਾਂ ਦੇ ਸਾਹਮਣੇ ਉਹਦੀ ਛਵੀ ਪੈਦਾ ਕੀਤੀ ਕਿ ਮਹਿਕਮਾ ਹੈਗਾ, ਟਰਾਂਸਪੋਰਟ ਮੰਤਰੀ ਵੀ ਕੋਈ ਚੀਜ਼ ਹੁੰਦੀ ਹੈ। ਲੇਕਿਨ ਹੁਣ ਕਈ ਜਿਹੜੇ ਲੋਕ ਹੈਗੇ ਨੇ ਤੁਹਾਨੂੰ ਤਾਂ ਘੇਰਦੇ ਨੇ, ਨਾਲ ਦੀ ਨਾਲ ਟਰਾਂਸਪੋਰਟ ਮਹਿਕਮੇ ਨੂੰ, ਤੁਹਾਡੇ ਦੌਰ ਦੇ ਟਰਾਂਸਪੋਰਟ ਮਹਿਕਮੇ ਨੂੰ ਲੈ ਕੇ ਕਟਹਿਰੇ 'ਚ ਖੜਾ ਕਰਕੇ ਉਹ ਕਈ ਸਵਾਲ ਖੜੇ ਕਰਦੇ ਆ ਕਿ ਉਦੋਂ ਕਪੜਾ ਹੋ ਗਿਆ, ਉੱਥੇ ਬੱਸਾਂ ਦੇ ਨਾਲ ਐਂ ਹੋ ਗਿਆ। ਇਹ ਚੀਜ਼ਾਂ ਜਿਹੜੀਆਂ ਹੈਗੀਆਂ ਤੁਹਾਡੇ ਤੋਂ, ਚਲੋ ਤੁਹਾਡੇ ਤੋਂ ਟੀਕਾ ਟਿੱਪਣੀ ਅਲੱਗ ਚੀਜ਼ ਹੈ, ਲੇਕਿਨ ਟਰਾਂਸਪੋਰਟ ਮਹਿਕਮਾ ਲੋਕਾਂ ਨਾਲ ਜੁੜਿਆ ਹੋਇਆ। ਮੈਂ ਫੇਰ ਕਹਿ ਰਿਹਾ ਕਿ ਇਹ ਟਰਾਂਸਪੋਰਟ ਮਹਿਕਮੇ ਦੇ ਲੋਕ ਦੱਸਣਗੇ, ਹਰ ਵਿਅਕਤੀ ਉਹ ਦੱਸੇਗਾ, ਹਰ
ਬੱਸ ਚਾਲਕ ਉਹ ਦੱਸੇਗਾ। ਮੇਰੀ ਤੁਹਾਨੂੰ ਬੇਨਤੀ ਹੈ, ਕਿਸੇ ਵੀ ਬੱਸ 'ਚ ਚੜ੍ਹ ਜਾਓ, ਗਵਰਨਮੈਂਟ ਦੀ ਕੋਈ ਵੀ ਬੱਸ, ਮੈਂ ਤਾਂ ਹੁਣ ਸਾਰੇ ਡਰਾਈਵਰ ਕਨੈਕਟਰਸ ਨੂੰ ਜਾਣਦਾ ਨਹੀਂ, ਕਿਸੇ ਵੀ ਬੱਸ 'ਚ ਚੜ੍ਹ ਜਾਓ ਤੇ ਉਹਨੂੰ ਪੁੱਛ ਲਿਓ ਵੀ ਕਿਵੇਂ ਸੀ ਰਾਜਾ ਵੜਿੰਗ, ਤੇ ਅਗਰ ਉਹ ਮੇਰੇ ਹੱਕ 'ਚ ਬੋਲੇ ਤੇ ਉਹ ਕਵੇ ਵੀ ਨਜ਼ਾਰੇ ਆ ਗਏ, ਤਾਂ ਫਿਰ ਗੱਲ ਮੰਨ ਲਿਓ। ਜੋ ਭੁੱਲਰ ਬਾਕੀ ਸਾਹਿਬ ਦੇ ਹੱਕ 'ਚ ਬੋਲ ਗਏ ਫਿਰ। ਉਹ ਭੁੱਲਰ ਸਾਹਿਬ ਦੇ ਸਾਹਮਣੇ ਇੱਕ ਲੇਡੀ ਬੋਲੀ ਜਾਂਦੀ ਸੀ, ਉਹ ਕਹਿੰਦੀ ਰਾਜਾ ਵੜਿੰਗ ਨਾ, ਫਿਰ ਉਹਨੇ ਕਿਹਾ ਨਹੀਂ ਰਾਜਾ ਵੜਿੰਗ ਨਹੀਂ, ਭੁੱਲਰ ਸਾਹਿਬ। ਮੇਰੇ ਕਹਿਣ ਦਾ ਮਤਲਬ, ਮੈਂ ਕਿਸੇ ਨੂੰ ਮਾੜਾ ਨਹੀਂ ਕਹਿਣਾ ਚਾਹੁੰਦਾ, ਮੈਂ ਕਿਸੇ ਨੂੰ, ਮੈਂ ਕੌਣ ਹੈ ਕਿਸੇ ਨੂੰ ਮਾੜਾ ਕਹਿਣ ਵਾਲਾ, ਮੈਂ ਕੌਣ ਹੈ ਕਿਸੇ ਤੇ ਟਿੱਪਾ ਟਿੱਪਣੀ ਕਰਨ। ਮੈਂ ਤਾਂ ਇਹ ਚਾਹੁੰਦਾ ਹੈ ਕਿ ਕਿਸੇ ਵੀ ਬੱਸ 'ਚ ਚੜ੍ਹ ਕੇ ਪੁੱਛ ਲਿਓ ਜੋ ਇਸ ਗੱਲ ਦਾ, ਇਲਜ਼ਾਮਾਤ ਲਾਉਣੇ ਬੜੇ ਸੌਖੇ ਹੈ 1 ਸੈਕਿੰਡ 'ਚ। ਔਰ ਕਿਹਨੂੰ ਛੱਡਿਆ ਗਿਆ ਹੈ ਇੱਥੇ? ਸੀਤਾ ਮਈਆ ਤੇ ਵੀ ਇਲਜ਼ਾਮਤ ਲੱਗ ਗਏ। ਸਾਡੀ ਭਗਵਾਨ ਸੀ ਸਾਡੇ। ਮੈਂ ਸਮਝਦਾ ਕਿ ਇਲਜ਼ਾਮ ਇੱਦਾਂ ਹੀ ਕੋਈ ਨਾ ਕੋਈ ਲਾ ਦਿੰਦਾ। ਬਾਬੇ ਨਾਨਕ ਦੇ ਵੀ ਕਿਸੇ ਨੇ ਇਲਜ਼ਾਮਤ ਲਾਤੇ ਹੋਣੇ ਹੈ, ਲੇਕਿਨ ਮੈਂ ਸਮਝਦਾ ਕਿ ਉਹਨਾਂ ਨੂੰ ਤੱਥਾਂ 'ਚ ਪਰੋਣਾ ਬੜਾ ਔਖਾ ਹੈ। ਸੋ ਉਹਨਾਂ ਚਿਕਰ ਤੁਸੀਂ ਗੁਨੇਗਾਰ ਨਹੀਂ ਹੋ ਜਿੰਨਾ ਚਿਕਰ ਤੁਹਾਨੂੰ ਲੋਕ ਗੁਨੇਗਾਰ ਨਹੀਂ ਮੰਨਦੇ। ਕਿਸੇ ਦੇ ਕਹਿਣ ਨਾਲ ਵਿਅਕਤੀ ਗੁਨੇਗਾਰ ਨਹੀਂ ਬਣ ਜਾਂਦਾ। ਇਹ ਗਰਮੀਆਂ 'ਚ ਕਿਹੜਾ ਸ਼ਰਬਤ ਪਿਆਇਆ ਤੁਸੀਂ ਅੰਗਦ ਸਾਹਿਬ ਨੂੰ, ਉਹ ਵਾਪਸ ਆ ਗਏ ਕਾਂਗਰਸ 'ਚ? ਕਿਹੜਾ ਇਹੋ ਜਿਹਾ ਖਾਸ, ਤੁਸੀਂ ਕੀ ਜਾਦੂ ਕੀਤਾ ਉਹ ਵਾਪਸ ਹੀ ਆ ਗਏ? ਹਾਂ, ਅੰਗਦ ਇੱਕ ਹੋਣਹਾਰ ਵਿਅਕਤੀ ਸੀ। ਮੈਂ ਮਹਿਸੂਸ ਕਰਦਾ ਸੀ ਕਿ ਅੰਗਦ ਨਾਲ ਕਿਤੇ ਨਾ ਕਿਤੇ ਕੋਈ ਨਾ ਕੋਈ ਸਾਡੀ ਕਮਿਊਨੀਕੇਸ਼ਨ ਕਮੀ ਰਹਿ ਗਈ ਵਾਰਤਾਲਾਪ ਦੇ ਵਿੱਚ, ਪਹਿਲਾਂ ਸਰਕਾਰ ਵੱਲੋਂ, ਕਾਂਗਰਸ ਪਰਿਵਾਰ ਵੱਲੋਂ। ਸੋ ਮੇਰਾ ਬਹੁਤ ਪਿਆਰਾ ਦੋਸਤ ਹੈ, ਛੋਟਾ ਭਰਾ ਹੈ, ਮੈਂ ਉਹਨੂੰ ਬਹੁਤ ਪਸੰਦ ਕਰਦਾ ਐਂਡ ਉਹਦਾ ਮੇਰਾ ਪਿਆਰ ਤੇ ਆਪਸ ਵਿੱਚ ਜਿਹੜਾ ਸਾਡਾ ਪਿਆਰ ਸੀ ਉਹਨੂੰ ਦੁਬਾਰਾ ਫੇਰ ਸਾਡੇ ਵੱਲ ਖਿੱਚ ਲਿਆ। ਐਂਡ ਇਹ ਅੱਜ ਦੀ ਸਾਂਝ ਨਹੀਂ ਹੈ ਉਸ ਪਰਿਵਾਰ ਦੀ, ਮਗਰਲੇ 55 ਤੋਂ 60 ਸਾਲ ਦੀ ਸਰਦਾਰ ਦਿਲਬਾਗ ਸਿੰਘ ਵੇਲੇ ਦੀ ਇਹ ਕਾਂਗਰਸ ਪਾਰਟੀ ਤੇ ਉਹਨਾਂ ਨਾਲ ਸਾਂਝ ਹੈ। ਸੋ ਮੁੜ ਘਰ ਵਾਪਸੀ ਹੋਈ ਹੈ, ਸਾਡਾ ਭਰਾ ਸਾਡੇ 'ਚ ਆਇਆ। ਸ਼ਰਬਤ ਦੀ ਕੋਈ ਗੱਲ ਹੀ ਨਹੀਂ। ਸ਼ਰਬਤ ਸ਼ਿਕਾਇਤਾਂ ਸੀਗੀਆਂ ਉਹਨਾਂ ਦੀਆਂ? ਨਹੀਂ, ਕੋਈ ਬਹੁਤੇ ਗਿਲੇ ਨਹੀਂ ਕੀਤੇ ਕਿਸੇ ਗੱਲ ਦਾ ਵੀ। ਅਸੀਂ ਆਪ ਵੀ ਮਹਿਸੂਸ ਕਰਦੇ ਹਾਂ ਕਿ ਕਿਤੇ ਨਾ ਕਿਤੇ ਪਾਰਟੀ ਤੋਂ ਕੁਤਾਹੀ ਹੋਈ ਹੈ। ਅੰਗਦ ਦੀਆਂ ਕੋਈ ਸ਼ਿਕਾਇਤਾਂ ਨਹੀਂ ਸੀ। ਉਹ ਤਾਂ ਵਿਸ਼ਾਲ ਹਿਰਦੇ ਵਾਲਾ ਮੁੰਡਾ ਹੈ, ਬੇਸ਼ੱਕ ਛੋਟੀ ਉਮਰ ਹੈ, ਐਡਾ ਦਿਲ ਹੈ। ਸੋ ਉਹਨੇ ਇੱਕ ਵਾਰੀ ਨਹੀਂ ਕਿਹਾ, ਉਹਨੇ ਕਿਹਾ ਜੋ ਪਾਰਟੀ ਦਾ ਹੁਕਮ ਹੈ, ਮੇਰੇ ਭਰਾਵਾਂ ਦਾ ਹੁਕਮ ਹੈ, ਮੈਂ ਹਾਜ਼ਰ। ਤੇ ਜਿਹੜੀ ਇਹਨਾਂ ਨੇ ਕੁਤਾਹੀ ਕੀਤੀ ਪਾਰਟੀ 'ਚ, ਪਾਰਟੀ ਦੇ ਲੋਕ ਹੀ ਕਰਦੇ, ਇਹਨਾਂ ਦੀ ਕੋਈ ਜ਼ਿੰਮੇਵਾਰੀ ਤੈਅ ਹੋਏਗੀ? ਚਿੱਠੀ ਲਿਖੀ ਜਾਏਗੀ ਕੋਈ? ਚਲੋ, ਚਿੱਠੀ ਹਰ ਚੀਜ਼ ਤੇ ਨਹੀਂ ਲਿਖੀ ਜਾਂਦੀ, ਔਰ ਕਤਾਈਆਂ ਜਦੋਂ ਤੁਸੀਂ ਕੰਮ ਕਰੋਗੇ, ਕੁਝ ਕੰਮ ਕਰੋਗੇ, ਗਲਤੀਆਂ ਵੀ ਤੁਹਾਡੇ ਤੋਂ ਹੋਣੀਆਂ। ਗਲਤੀਆਂ ਉਸੇ ਵਿਅਕਤੀ ਤੋਂ ਹੋਣੀਆਂ ਜਿਹੜਾ ਕੁਝ ਕੰਮ ਕਰੇਗਾ। ਜਿਹੜਾ ਕਰੇਗਾ ਹੀ ਕੁਝ ਨਹੀਂ, ਜਿਹੜਾ ਕਰੇਗਾ ਹੀ ਕੁਝ ਨਹੀਂ, ਇਕੱਲਾ ਗੱਲਾਂ ਹੀ ਕਰੇਗਾ, ਉਹਦੇ ਤੋਂ ਗਲਤੀ ਨਹੀਂ ਕੋਈ ਹੋਏਗੀ। ਗਲਤੀ ਉਸੇ ਤੋਂ ਹੋਊਗੀ ਜਿਹੜਾ ਕੁਝ ਕੰਮ ਕਰੇਗਾ। CWC ਦੀ ਮੀਟਿੰਗਾਂ ਦਾ ਦੌਰ ਚੱਲ ਰਿਹਾ, ਪਾਰਟੀ ਰਿਵਾਈਵ ਕਰ ਰਹੀ ਹੈ, ਤੁਹਾਨੂੰ ਲੱਗਦਾ ਉਹ ਵਜੂਦ ਜਿਹੜੀ ਗੱਲ ਹੁੰਦੀ ਸੀ ਕਾਂਗਰਸ ਦੀ ਦੁਬਾਰਾ ਕਾਇਮ ਹੋ ਜਾਏਗਾ? ਦੇਖੋ, ਪਾਰਟੀ ਦਾ ਵਜੂਦ ਬਹੁਤ ਵੱਡਾ ਹੈ। ਕਾਂਗਰਸ ਪਾਰਟੀ ਨੂੰ ਬਹੁਤ ਲੋਕਾਂ ਨੇ ਘਟਾ ਕੇ ਸੋਚਣ ਲੱਗ ਪਏ ਹੈ। ਕਾਂਗਰਸ ਪਾਰਟੀ ਅੱਜ ਵੀ ਸਭ ਤੋਂ ਆਪੋਜੀਸ਼ਨ ਦੇਸ਼ ਦੇ ਅੰਦਰ ਸਭ ਤੋਂ ਵੱਡੀ ਪਾਰਟੀ ਹੈ ਆਫਟਰ BJP। ਅੱਜ ਦੀ ਡੇਟ ਦੇ ਵਿੱਚ ਹਰ ਕੋਨੇ 'ਚ ਕਾਂਗਰਸ ਨੂੰ ਪਿਆਰ ਕਰਨ ਵਾਲਾ ਵਿਅਕਤੀ ਬੈਠਾ ਹੈ। ਹਰ ਮੋੜ ਚੁਰਾਹੇ ਤੇ ਕਾਂਗਰਸ ਦਾ ਝੰਡਾ। ਠੀਕ ਹੈ, ਅੱਜ ਸਮੇਂ ਦੇ ਨਾਲ ਤਾਕਤਾਂ, ਪੈਸਾ, ਧਨ ਦੌਲਤ, ਪਦਾਰਥ, ED, ਫਲਾਂ, ਇਹਨਾਂ ਚੀਜ਼ਾਂ ਨੇ ਕਿਤੇ ਨਾ ਕਿਤੇ ਦਬਾ ਲਿਆ। ਲੇਕਿਨ ਦੁਬਾਰਾ ਫੇਰ ਅਸੀਂ ਮੁੜ ਖੜੇ ਹੋਵਾਂਗੇ। ਤੁਹਾਨੂੰ ਯਾਦ ਹੋਣਾ ਉਹ ਬੋਫਰਸ ਵਾਲੀ ਗੱਲ, ਲੋਕ ਬੋਫਰਸ ਦਾ ਇਲਜ਼ਾਮ ਲਾਉਂਦੇ ਸੀ, ਲੇਕਿਨ ਫਿਰ ਕਾਰਗਿਲ ਦੇ ਵਿੱਚ ਅਗਰ ਬੋਫਰਸ ਨਾ ਚੱਲਦੀਆਂ ਤਾਂ ਫਿਰ ਉਹ ਗੱਲ ਨਹੀਂ ਬਣਨੀ ਸੀ, ਉਹ ਵਾਰ ਜਿੱਤੀ ਨਹੀਂ ਜਾਣੀ ਸੀ। ਸੋ ਮੈਨੂੰ ਲੱਗਦਾ ਹੈ ਕਿ ਕਾਂਗਰਸ ਅਗਰ ਦੇਸ਼ ਨੂੰ ਆਪਸ ਵਿੱਚ ਜੋੜੀ ਰੱਖਣਾ, ਅਗਰ ਭਾਈਚਾਰਾ ਦੇਸ਼ ਦੇ ਲੋਕ ਚਾਹੁੰਦੇ ਨੇ, ਅਗਰ ਏਕਤਾ ਤੇ ਅਖੰਡਤਾ ਦੇ ਲੋਕ ਚਾਹੁੰਦੇ ਨੇ, ਅਗਰ ਚਾਹੁੰਦੇ ਨੇ ਕਿ ਲੋਕਾਂ ਦੀ ਆਵਾਜ਼ ਬੁਲੰਦ ਰਹੇ, ਆਵਾਜ਼ ਬੰਦ ਨਾ ਹੋਵੇ, ਤੁਹਾਨੂੰ ਬੋਲਣ ਦਾ ਅਧਿਕਾਰ ਹੋਵੇ, ਤਾਂ ਫਿਰ ਕਾਂਗਰਸ ਨੂੰ ਦੁਬਾਰੇ ਇਸ ਦੇਸ਼ ਦੇ ਅੰਦਰ ਵਾਪਸ ਲਿਆਉਣਾ ਪਏਗਾ। ਬਹੁਤ ਬਹੁਤ ਸ਼ੁਕਰੀਆ ਸਰ ਵਕਤ ਦੇਣ ਦੇ ਲਈ। ਸੋ ਅੱਜ ਦਾ ਚੰਗਾ ਵਿਚਾਰ ਵੜਿੰਗ ਸਾਹਿਬ ਦੇ ਵੱਲੋਂ ਦਿੱਤਾ ਗਿਆ ਕਿ ਬੰਦਾ ਉਹੀ ਅੱਗੇ ਵਧੇਗਾ ਤੇ ਉਹੀ ਗਲਤੀਆਂ ਕਰੇਗਾ ਜੋ ਅੱਗੇ ਵੱਧਦਾ ਹੋਏਗਾ।
ਚੰਗੀਆਂ ਗੱਲਾਂ ਦਾ ਜਿਹੜਾ ਦੌਰ ਹੈਗਾ ਪੱਤਰਕਾਰੀ ਜੋ ਖਤਮ ਹੋ ਗਿਆ, ਇਸ ਕਰਕੇ ਚੰਗੇ ਵਿਚਾਰ ਦੇ ਨਾਲ ਅੱਜ ਗੱਲ ਨੂੰ ਸਮਾਪਤ ਕਰਾਂਗੇ, ਖਤਮ ਕਰਾਂਗੇ। ਕੈਮਰੇ ਤੇ ਸਾਦਰ ਸੀ ਕਿ ਸੁਖਿੰਦਰ ਮਹਿਲ ਕੇਸ਼ਤਰ ਖਰਸਾਨਾ ਸਪੋਕਸਮੈਨ ਦੇ ਲਈ।